ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ CBSE ਵੱਲੋਂ ਛਾਪੀ ਹੋਈ 9ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ 1 ਵਿੱਚੋਂ ਕਵਿਤਾ ਕਰਾਂਗੇ। ਇਸ ਕਵਿਤਾ ਦਾ ਸਿਰਲੇਖ ਹੈ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਤੇ ਇਸ ਦੇ ਕਵੀ ਹਨ ਫਿਰੋਜ਼ਦੀਨ ਸ਼ਰਫ ਜੀ। ਫਿਰੋਜ਼ਦੀਨ ਸ਼ਰਫ ਦਾ ਜਨਮ 1898 ਵਿੱਚ ਰਾਜਾ ਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਖਾਨ ਵੀਰੂ ਖਾਨ ਦੇ ਘਰ ਹੋਇਆ। ਉਹਨਾਂ ਦੀ ਦਿਲ ਖਿੱਚਵੀਂ ਆਵਾਜ਼ ਕਰਕੇ ਉਹਨਾਂ ਨੂੰ ਪੰਜਾਬੀ ਬੁਲਬੁਲ ਕਿਹਾ ਜਾਣ ਲੱਗਾ। ਮਤਲਬ ਉਹਨਾਂ ਦੀ ਆਵਾਜ਼ ਬਹੁਤ ਸੋਹਣੀ ਸੀ। ਉਹਨਾਂ ਦੀਆਂ ਕਵਿਤਾਵਾਂ ਦੇ ਵਿਸ਼ੇ ਹਿੰਦੂ ਮੁਸਲਿਮ ਸਮਾਜ ਸੁਧਾਰ, ਦੇਸ਼ ਪਿਆਰ, ਆਜ਼ਾਦੀ, ਗੁਲਾਮੀ ਦੀ ਪੰਡੀ ਮਤਲਬ ਗੁਲਾਮੀ ਦੀ ਬੇਇੱਜ਼ਤੀ, ਗੁਲਾਮੀ ਨੂੰ ਬੁਰਾ ਕਹਿਣਾ ਆਦਿ ਸਨ। ਉਹਨਾਂ ਦੀਆਂ ਰਚਨਾਵਾਂ ਹਨ ਦੁੱਖਾਂ ਦੇ ਕੀਰਨੇ, ਨੂਰੀ ਦਰਸ਼ਨ, ਸੁਨਹਿਰੀ ਕਲੀਆਂ, ਹਿਜ਼ਰ ਦੀ ਅੱਗ, ਸ਼੍ਰੋਮਣੀ ਸ਼ਹੀਦ, ਨਬੀਆਂ ਦਾ ਸਰਦਾਰ, ਸ਼ਰਫ ਹੁਲਾਰੇ, ਸ਼ਰਫ ਉਡਾਰੀ, ਸ਼ਰਫ ਸੁਨੇਹੇ, ਜੋਗੜ ਆਦਿ। ਉਹਨਾਂ ਦਾ ਦੇਹਾਂਤ 1955 ਈਸਵੀ ਵਿੱਚ ਹੋਇਆ। ਉਹਨਾਂ ਨੇ ਆਪਣੀ ਕਵਿਤਾ ਰਾਹੀਂ ਲੋਕਾਂ ਦੇ ਮਨਾਂ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਮੁਹੱਬਤ ਪੈਦਾ ਕੀਤੀ। ਹੁਣ ਅਸੀਂ ਇਸ ਮਹਾਨ ਕਵੀ ਦੀ ਕਵਿਤਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਪੜ੍ਹਾਂਗੇ। ਪਹਿਲਾਂ ਮੈਂ ਇਸ ਕਵਿਤਾ ਦਾ ਤੁਹਾਡੇ ਲਈ ਪਾਠ ਕਰਾਂਗੀ ਤੇ ਉਸ ਤੋਂ ਬਾਅਦ ਆਪਾਂ ਇਸ ਦੇ ਸ਼ਬਦ ਅਰਥ ਸਮਝਾਂਗੇ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਸਮਝਾ ਉਰਦੂ ਹਿੰਦੀ ਵੀ ਖੂਬ ਬੋਲਾਂ, ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ। ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ, ਆਸ਼ਕ ਮੁੱਢੋਂ ਮੈਂ ਇਸ ਉਮੰਗਦਾ ਹਾਂ। ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਰਵਾਂ ਇੱਥੇ ਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ। ਮੈਂ ਪੰਜਾਬੀ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਤਾਂ ਬੱਚੋ, ਇਸ ਕਵਿਤਾ ਦੇ ਪਾਠ ਤੋਂ ਹੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਇਹ ਕਵਿਤਾ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਹੈ, ਪੰਜਾਬ ਤੇ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ। ਇਸ ਕਵਿਤਾ ਵਿੱਚ ਕਵੀ ਪੰਜਾਬੀ ਭਾਸ਼ਾ ਦੀ ਮਹਾਨਤਾ ਤੇ ਉਸਦੇ ਸਤਿਕਾਰ ਦੀ ਗੱਲ ਕਰਦਾ ਹੈ ਕਿ ਸਾਨੂੰ ਆਪਣੀ ਪੰਜਾਬੀ ਭਾਸ਼ਾ ਜੋ ਸਾਡੀ ਮਾਂ ਬੋਲੀ ਹੈ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਨੂੰ ਦੂਸਰੀਆਂ ਭਾਸ਼ਾਵਾਂ ਸਿੱਖਣੀਆਂ ਤਾਂ ਚਾਹੀਦੀਆਂ ਹਨ, ਪਰ ਆਪਣੀ ਮਾਂ ਬੋਲੀ ਨੂੰ ਜ਼ਰੂਰ ਬੋਲਣਾ ਚਾਹੀਦਾ ਹੈ। ਹੁਣ ਆਪਾਂ ਇਸ ਕਵਿਤਾ ਦੇ ਅਰਥ ਸਮਝੀਏ। ਇਸ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਪੰਜਾਬੀ ਹਾਂ ਤੇ ਮੈਂ ਪੰਜਾਬ ਵਿੱਚ ਰਹਿੰਦਾ ਹਾਂ। ਅਗਲੀ ਲਾਈਨ 'ਚੋਂ ਕਹਿੰਦਾ ਹੈ ਕਿ ਮੈਂ ਭਾਵੇਂ ਪੇਂਡੂ ਹਾਂ ਥੋੜਾ ਪਰ ਥੋੜਾ ਮੈਂ ਸ਼ਹਿਰੀ ਢੰਗ ਦਾ ਵੀ ਹਾਂ। ਪਿੰਡਾਂ ਵਾਲਾ ਵੀ ਸੁਭਾਅ ਹੈ ਮੇਰਾ ਤੇ ਥੋੜਾ ਸ਼ਹਿਰਾਂ ਵਾਲਾ ਵੀ ਸੁਭਾਅ ਹੈ। ਮੈਨੂੰ ਉਰਦੂ ਵੀ ਸਮਝ ਆਉਂਦੀ ਹੈ, ਮੈਂ ਹਿੰਦੀ ਵੀ ਬਹੁਤ ਚੰਗੀ ਤਰ੍ਹਾਂ ਬੋਲ ਲੈਂਦਾ ਹਾਂ ਤੇ ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ। ਮਤਲਬ ਮੈਂ ਥੋੜੀ ਬਹੁਤੀ ਅੰਗਰੇਜ਼ੀ ਵੀ ਜਾਣਦਾ ਹਾਂ, ਸਮਝਦਾ ਹਾਂ, ਥੋੜੀ ਬਹੁਤ ਬੋਲ ਸਕਦਾ ਹਾਂ। ਬੋਲੀ ਆਪਣੀ ਨਾਲ ਪਿਆਰ ਰੱਖਾਂ, ਪਰ ਮੈਨੂੰ ਭਾਵੇਂ ਇਹ ਬਾਕੀ ਭਾਸ਼ਾਵਾਂ ਵੀ ਆਉਂਦੀਆਂ ਹਨ, ਪਰ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਆਪਣੀ ਬੋਲੀ ਨਾਲ ਹੈ। ਉਸਦੀ ਆਪਣੀ ਬੋਲੀ ਕਿਹੜੀ ਹੈ? ਮਾਂ ਬੋਲੀ ਪੰਜਾਬੀ। ਤੇ ਉਹ ਇਹ ਗੱਲ ਕਹਿਣ ਤੋਂ ਕਦੀ ਵੀ ਸੰਗਦਾ ਯਾਨੀ ਕਿ ਸ਼ਰਮਾਉਂਦਾ ਨਹੀਂ ਹੈ ਕਿ ਮੈਨੂੰ ਸਭ ਤੋਂ ਜ਼ਿਆਦਾ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਹੈ। ਅੱਗੇ ਕਵੀ ਪੰਜਾਬੀ ਭਾਸ਼ਾ ਬਾਰੇ ਕਹਿੰਦਾ ਹੈ ਕਿ ਪੰਜਾਬੀ ਜਿਹੜੀ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ। ਤਾਂ ਪੰਜਾਬੀ ਕਿਵੇਂ ਹੈ? ਜਿਵੇਂ ਕਿ ਕਿਸੇ ਸੁਹਾਗਣ ਨੇ ਨੱਥ ਪਾਈ ਹੋਵੇ ਤਾਂ ਉਹਦੇ ਵਿੱਚ ਜਿਹੜਾ ਮੋਤੀ ਜੜਿਆ ਹੋਵੇ। ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਮੈਂ, ਜਾਂ ਕਿਸੇ ਪੰਜਾਬਣ ਮੁਟਿਆਰ ਦੀ ਵੰਗ ਮਤਲਬ ਚੂੜੀ ਦਾ ਇੱਕ ਟੁਕੜਾ। ਪਰ ਉਹ ਕਹਿੰਦਾ ਮੇਰੀ ਦਿਲੋਂ ਇਹ ਉਮੰਗ ਹੈ, ਮੇਰੀ ਦਿਲੋਂ ਇਹ ਮੈਨੂੰ ਚਾਅ ਹੈ ਕਿ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਕਿ ਪੰਜਾਬੀ ਭਾਸ਼ਾ ਨੂੰ ਇਸ ਦੇਸ਼ ਅੰਦਰ, ਇਸ ਭਾਰਤ ਅੰਦਰ ਪੂਰਾ ਮਾਣ ਸਤਿਕਾਰ ਮਿਲੇ।
ਆਸ਼ਿਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ। ਆਸ਼ਿਕ ਮਤਲਬ ਮੈਂ ਚਾਹੁੰਦਾ ਹਾਂ, ਮੈਨੂੰ ਇਸ ਚੀਜ਼ ਨਾਲ ਬਹੁਤ ਪਿਆਰ ਹੈ, ਮੈਂ ਦਿਲੋਂ ਇਹ ਚੀਜ਼ ਚਾਹੁੰਦਾ ਕਿ ਪੰਜਾਬੀ ਭਾਸ਼ਾ ਨੂੰ ਸਾਡੇ ਦੇਸ਼ ਅੰਦਰ ਸਤਿਕਾਰ ਮਾਣ ਮਿਲੇ। ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਕਹਿੰਦਾ ਮੈਂ ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ। ਹੁਣ ਵਾਰਿਸ ਸ਼ਾਹ ਤੇ ਬੁੱਲੇ ਦਾ ਰੰਗ ਕਿਹੜਾ ਹੈ? ਉਹਨਾਂ ਦਾ ਰੰਗ ਹੈ ਪੰਜਾਬੀ, ਕਿਉਂਕਿ ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਹੀ ਆਪਣੀਆਂ ਰਚਨਾਵਾਂ ਕੀਤੀਆਂ ਹਨ। ਉਹ ਕਹਿੰਦਾ ਮੈਂ ਵੀ ਉਹਨਾਂ ਵਾਂਗ ਡੋਬ ਡੋਬ ਕੇ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਰੰਗਦਾ ਹਾਂ, ਮੈਂ ਵੀ ਉਹਨਾਂ ਵਰਗਾ ਬਣਨਾ ਚਾਹੁੰਦਾ। ਮੈਂ ਵੀ ਚਾਹੁੰਦਾ ਕਿ ਮੈਂ ਆਪਣੀਆਂ ਸਾਰੀਆਂ ਰਚਨਾਵਾਂ ਪੰਜਾਬੀ ਭਾਸ਼ਾ ਵਿੱਚ ਕਰਾਂ। ਰਵਾਂ ਇੱਥੇ ਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ। ਉਹ ਕਹਿੰਦਾ ਮੈਂ ਰਵਾਂ ਤਾਂ ਪੰਜਾਬ 'ਚ, ਪਰ ਗੱਲਾਂ ਕਰਾਂ ਮੈਂ ਯੂਪੀ ਦੀ ਮਾਤ ਭਾਸ਼ਾ ਵਿੱਚ, ਮੈਂ ਇਸ ਤਰ੍ਹਾਂ ਦੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ, ਮਤਲਬ ਮੈਂ ਆਪਣੇ ਆਪ ਤੋਂ ਦੂਰ ਰੱਖਦਾ ਹਾਂ, ਮੈਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ। ਮੈਂ ਪੰਜਾਬੀ ਦਾ ਸ਼ਰਫ ਸੇਵਕ। ਕਹਿੰਦਾ ਮੈਂ ਪੰਜਾਬੀ ਹਾਂ ਅਤੇ ਮੈਂ ਪੰਜਾਬੀ ਭਾਸ਼ਾ ਦਾ ਹੀ ਸੇਵਕ ਹਾਂ। ਸ਼ਰਫ ਹੁੰਦੀ ਆਪਣੀ, ਉਹਦਾ ਨਾਮ ਹੀ ਹੈ ਫਿਰੋਜ਼ਦੀਨ ਸ਼ਰਫ। ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ, ਅਤੇ ਮੈਂ ਸਦਾ ਚਾਹੁੰਦਾ ਕਿ ਪੰਜਾਬੀ ਭਾਸ਼ਾ ਦੀ ਖੈਰ ਮਤਲਬ ਇਸ ਦੀ ਸਲਾਮਤੀ, ਇਸ ਦਾ ਵਿਕਾਸ, ਇਸ ਦਾ ਮਾਣ ਸਤਿਕਾਰ ਬਣਿਆ ਰਹੇ। ਤਾਂ ਕਵੀ ਇਸ ਕਵਿਤਾ ਵਿੱਚ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਸਾਨੂੰ ਹੋਰ ਭਾਸ਼ਾਵਾਂ ਸਿੱਖਣ ਤੋਂ ਬਾਅਦ ਵੀ ਆਪਣੀ ਮਾਂ ਬੋਲੀ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ। ਅਤੇ ਉਹ ਕਹਿੰਦਾ ਹੈ ਕਿ ਸਾਡੀ ਆਪਸੀ ਗੱਲਬਾਤ ਵਿੱਚ ਸਾਨੂੰ ਇੱਕ ਦੂਜੇ ਨਾਲ ਗੱਲ ਕਰਨ ਦੇ ਸਮੇਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਹੀ ਅਪਣਾਉਣਾ ਚਾਹੀਦਾ ਹੈ। ਇਹ ਹੈ ਸਾਡੀ ਕਵਿਤਾ ਮੈਂ ਪੰਜਾਬੀ, ਪੰਜਾਬ ਦਾ ਰਹਿਣ ਵਾਲਾ। ਹੁਣ ਆਪਾਂ ਇਸ ਕਵਿਤਾ ਦਾ ਅਭਿਆਸ ਹੱਲ ਕਰਾਂਗੇ। ਅਭਿਆਸ ਵਿੱਚ ਸਭ ਤੋਂ ਪਹਿਲਾਂ ਹਨ ਪ੍ਰਸ਼ਨ ਉੱਤਰ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕਵੀ ਇਸ ਕਵਿਤਾ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਕੀ ਵਿਚਾਰ ਰੱਖਦਾ ਹੈ। ਇਸ ਕਵਿਤਾ ਵਿੱਚ ਕਵੀ ਆਪਣੀ ਮਾਂ ਬੋਲੀ ਪ੍ਰਤੀ ਬਹੁਤ ਪਿਆਰ, ਮਾਣ ਅਤੇ ਸਤਿਕਾਰ ਵਾਲੇ ਵਿਚਾਰ ਰੱਖਦਾ ਹੈ। ਦੂਸਰਾ ਪ੍ਰਸ਼ਨ, ਕਵੀ ਕੀ ਕਹਿਣ ਤੋਂ ਨਹੀਂ ਸੰਗਦਾ। ਕਵੀ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਪਿਆਰ ਨੂੰ ਕਹਿਣ ਤੋਂ ਨਹੀਂ ਸੰਗਦਾ ਹੈ। ਤੀਸਰਾ ਪ੍ਰਸ਼ਨ, ਕਵੀ ਨੂੰ ਆਪਣੀ ਮਾਂ ਬੋਲੀ ਤੋਂ ਇਲਾਵਾ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦਾ ਗਿਆਨ ਹੈ। ਇਸ ਦਾ ਉੱਤਰ ਹੈ ਕਵੀ ਨੂੰ ਆਪਣੀ ਮਾਂ ਬੋਲੀ ਪੰਜਾਬੀ ਤੋਂ ਇਲਾਵਾ ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੈ। ਚੌਥਾ ਪ੍ਰਸ਼ਨ ਹੈ ਕਵੀ ਵਾਰਿਸ ਸ਼ਾਹ ਅਤੇ ਬੁੱਲੇ ਸ਼ਾਹ ਪ੍ਰਤੀ ਕੀ ਵਿਚਾਰ ਰੱਖਦਾ ਹੈ ਤੇ ਕਿਉਂ। ਕਵੀ ਵਾਰਿਸ ਸ਼ਾਹ ਅਤੇ ਬੁੱਲੇ ਸ਼ਾਹ ਪ੍ਰਤੀ ਬਹੁਤ ਸਤਿਕਾਰ ਰੱਖਦਾ ਹੈ, ਕਿਉਂਕਿ ਉਹਨਾਂ ਨੇ ਆਪਣੀਆਂ ਰਚਨਾਵਾਂ ਪੰਜਾਬੀ ਭਾਸ਼ਾ ਵਿੱਚ ਰਚ ਕੇ ਇਸ ਬੋਲੀ ਨੂੰ ਸਦਾ ਲਈ ਅਮਰ ਕਰ ਦਿੱਤਾ ਹੈ। ਕਵੀ ਆਪ ਵੀ ਉਹਨਾਂ ਦੇ ਰਾਹਾਂ 'ਤੇ ਤੁਰ ਕੇ ਪੰਜਾਬੀ ਦੀ ਸੇਵਾ ਕਰਨਾ ਚਾਹੁੰਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ ਕਵੀ ਕਿਸ ਚੀਜ਼ ਦੀ ਖੈਰ ਮੰਗਦਾ ਹੈ। ਕਵੀ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਖੈਰ ਮੰਗਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ ਸਤਰਾਂ ਪੜ੍ਹ ਕੇ ਉੱਤਰ ਦਿਓ, ਜਿਸ ਵਿੱਚ ਸਾਡੀਆਂ ਸਤਰਾਂ ਜੋ ਤੁਹਾਨੂੰ ਦਿੱਤੀਆਂ ਗਈਆਂ ਹਨ ਉਹ ਹਨ ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ, ਆਸ਼ਿਕ ਮੁੱਢੋਂ ਮੈਂ ਇਸ ਉਮੰਗਦਾ ਹਾਂ, ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਤੇ ਇਸ ਵਿੱਚੋਂ ਜੋ ਤੁਹਾਨੂੰ ਪਹਿਲਾ ਪ੍ਰਸ਼ਨ ਪੁੱਛਿਆ ਗਿਆ ਹੈ ਕਵੀ ਪੂਰੇ ਦੇਸ਼ ਵਿੱਚ ਪੰਜਾਬੀ ਭਾਸ਼ਾ ਨੂੰ ਕੀ ਦਰਜਾ ਦੇਣਾ ਚਾਹੁੰਦਾ ਹੈ, ਤਾਂ ਇਸ ਦਾ ਉੱਤਰ ਅਸੀਂ ਲਿਖਾਂਗੇ ਕਵੀ ਪੂਰੇ ਦੇਸ਼ ਵਿੱਚ ਪੰਜਾਬੀ ਨੂੰ ਮਾਣ ਸਤਿਕਾਰ ਵਾਲਾ ਦਰਜਾ ਦੇਣਾ ਚਾਹੁੰਦਾ ਹੈ। ਅਗਲਾ ਪ੍ਰਸ਼ਨ ਹੈ ਕਵੀ ਵਾਰਿਸ ਸ਼ਾਹ ਅਤੇ ਬੁੱਲੇ ਦੇ ਰੰਗ ਵਿੱਚ ਕਿਉਂ ਰੰਗਿਆ ਹੈ। ਇਸ ਦਾ ਉੱਤਰ ਉਹਨਾਂ ਨੇ ਆਪਣੀਆਂ ਰਚਨਾਵਾਂ ਪੰਜਾਬੀ ਭਾਸ਼ਾ ਵਿੱਚ ਕੀਤੀਆਂ ਹਨ। ਕਵੀ ਵੀ ਉਹਨਾਂ ਦੇ ਰੰਗ ਵਿੱਚ ਰੰਗ ਕੇ ਪੰਜਾਬੀ ਵਿੱਚ ਹੀ ਲਿਖਣਾ ਚਾਹੁੰਦਾ ਹੈ। ਇਸ ਵਿੱਚ ਆਖਰੀ ਪ੍ਰਸ਼ਨ ਹੈ ਕਵੀ ਮੁੱਢ ਤੋਂ ਹੀ ਕੀ ਉਮੀਦ ਰੱਖਦਾ ਹੈ। ਇਸ ਦਾ ਉੱਤਰ ਅਸੀਂ ਲਿਖ ਸਕਦੇ ਹਾਂ ਕਵੀ ਮੁੱਢ ਤੋਂ ਹੀ ਇਹ ਉਮੀਦ ਰੱਖਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਦੇਸ਼ ਅੰਦਰ ਪੂਰਾ ਮਾਣ ਸਤਿਕਾਰ ਮਿਲੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਪ੍ਰਸੰਗ ਸਹਿਤ ਵਿਆਖਿਆ, ਜੋ ਕਿ 17 ਹਨ। ਸਮਝਾਂ ਉਰਦੂ ਹਿੰਦੀ ਵੀ ਖੂਬ ਬੋਲਾਂ, ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ। ਤਾਂ ਇਹਨਾਂ ਦਾ ਅਸੀਂ ਪ੍ਰਸੰਗ ਲਿਖ ਸਕਦੇ ਹਾਂ। ਇਹ ਕਾਵ ਸਤਰਾਂ ਸਾਹਿਤਿਕ ਕਿਰਨਾਂ ਪਾਠ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਕਵਿਤਾ ਮੈਂ ਪੰਜਾਬੀ, ਪੰਜਾਬ ਦਾ ਰਹਿਣ ਵਾਲਾ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਮਾਂ ਬੋਲੀ ਪੰਜਾਬੀ ਦਾ ਪੱਖ ਪੂਰਦਾ ਅਤੇ ਉਸਦੇ ਸਨਮਾਨ ਅਤੇ ਤਰੱਕੀ ਲਈ ਦੁਆਵਾਂ ਮੰਗਦਾ ਹੈ।
ਅੱਗੇ ਅਸੀਂ ਹੁਣ ਇਹਨਾਂ ਦੀ ਵਿਆਖਿਆ ਲਿਖਾਂਗੇ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਉਸ ਨੂੰ ਉਰਦੂ ਸਮਝ ਆਉਂਦੀ ਹੈ ਅਤੇ ਉਹ ਹਿੰਦੀ ਵੀ ਚੰਗੀ ਤਰ੍ਹਾਂ ਬੋਲ ਲੈਂਦਾ ਹੈ। ਉਸ ਨੂੰ ਥੋੜ੍ਹੀ ਬਹੁਤ ਅੰਗਰੇਜ਼ੀ ਵੀ ਆਉਂਦੀ ਹੈ, ਪਰ ਇਹ ਭਾਸ਼ਾਵਾਂ ਆਉਂਦੀਆਂ ਹੋਣ ਦੇ ਬਾਅਦ ਵੀ ਉਹ ਸਭ ਤੋਂ ਜ਼ਿਆਦਾ ਪਿਆਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਰਦਾ ਹੈ। ਉਹ ਪੰਜਾਬੀ ਲਈ ਆਪਣੇ ਪਿਆਰ ਬਾਰੇ ਦੱਸਣ ਤੋਂ ਕਦੀ ਵੀ ਸ਼ਰਮ ਨਹੀਂ ਕਰਦਾ ਹੈ। ਭਾਵ ਕਵੀ ਸਾਰਿਆਂ ਸਾਹਮਣੇ ਪੰਜਾਬੀ ਬੋਲਣ ਵਿੱਚ ਮਾਣ ਮਹਿਸੂਸ ਕਰਦਾ ਹੈ, ਨਾ ਕਿ ਸ਼ਰਮ। ਬੱਚਿਓ, ਇਹ ਸੀ ਤੁਹਾਡਾ ਪਾਠ ਮੈਂ ਪੰਜਾਬੀ, ਪੰਜਾਬ ਦਾ ਰਹਿਣ ਵਾਲਾ। ਉਮੀਦ ਹੈ ਤੁਹਾਨੂੰ ਪਾਠ ਸਮਝ ਆ ਗਿਆ ਅਤੇ ਤੁਸੀਂ ਇਸ ਦਾ ਅਭਿਆਸ ਵੀ ਹੁਣ ਹੱਲ ਕਰ ਲਵੋਗੇ। ਤੁਹਾਡਾ ਅਗਲਾ ਪਾਠ ਲੈ ਕੇ ਮੈਂ ਰਮਨਦੀਪ ਕੌਰ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੀ। ਉਦੋਂ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।